ਅੱਗੇ ਵਧਦੇ ਹਾਂ ਤੇ ਹੁਣ ਗੱਲ ਹੋਵੇਗੀ ਪੰਜਾਬ ਰਿਪੋਰਟਸ ਦੀ। ਪੰਜਾਬ ਰਿਪੋਰਟਸ ਦੇ ਜ਼ਰੀਏ ਅਸੀਂ ਤੁਹਾਨੂੰ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦਾ ਹਾਲ ਦਿਖਾ ਰਹੇ ਹਾਂ ਕਿ ਕੀ ਕੁਝ ਵਾਅਦੇ 2012 ਚ ਹੋਏ ਸੀ, ਹੁਣ ਤੱਕ ਕੀ ਕੁਝ ਵਾਅਦੇ ਪੂਰੇ ਹੋਏ ਨੇ, ਜਨਤਾ ਕੀ ਕਹਿੰਦੀ ਹੈ, ਵਿਰੋਧੀ ਧਿਰਾਂ ਕੀ ਕਹਿੰਦੀਆਂ ਨੇ। पंजाब रिपोर्ट्स ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਜਲੰਧਰ ਦੇ ਪੱਛਮੀ ਵਿਧਾਨ ਸਭਾ ਹਲਕੇ ਦੀ, ਜਿਸ ਦੀ ਨੁਮਾਇੰਦਗੀ ਬੀਜੇਪੀ ਦੇ ਕਦਾਵਰ ਆਗੂ ਭਗਤ ਚੁਨੀ ਲਾਲ ਕਰਦੇ ਨੇ। ਕੈਬਨਿਟ ਮੰਤਰੀ ਨੇ ਆਪਣੇ ਹਲਕੇ ਦਾ ਕਿੰਨਾ ਵਿਕਾਸ ਕਰਵਾਇਆ, ਲੋਕ ਵਿਕਾਸ ਕੰਮਾਂ ਤੋਂ ਕਿੰਨੇ ਸੰਤੁਸ਼ਟ ਨੇ, ਵਿਰੋਧੀਆਂ ਦੇ ਕੀ ਇਲਜ਼ਾਮ ਨੇ, ਇਸ ਸਭ ਦਾ ਜਾਇਜ਼ਾ ਲਿਆ ਸਾਡੇ ਪੱਤਰਕਾਰ ਰਾਜੀਵ ਵਧਵਾ ਨੇ। ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਜਲੰਧਰ ਜ਼ਿਲ੍ਹੇ ਦਾ ਰਾਖਵਾਂ ਹਲਕਾ ਹੈ। ਇਹ ਹਲਕਾ ਅਕਾਲੀ ਦਲ ਬੀਜੇਪੀ ਗੱਠਜੋੜ ਦੇ ਤਹਿਤ ਬੀਜੇਪੀ ਦੇ ਕੋਟੇ ਵਿੱਚ ਆਉਂਦਾ ਹੈ। ਇਸ ਹਲਕੇ ਦੀ ਚੋਣ ਜੰਗ ਬੀਜੇਪੀ ਅਤੇ ਕਾਂਗਰਸ ਦੇ ਦੋ ਦਿੱਗਜ ਆਗੂਆਂ ਭਗਤ ਚੁਨੀ ਲਾਲ ਤੇ ਮਹਿੰਦਰ ਸਿੰਘ ਕੇਪੀ ਦੇ ਵਿਚਾਲੇ ਹੁੰਦੀ ਰਹੀ ਹੈ। ਮੌਜੂਦਾ ਸਮੇਂ ਦੇ ਵਿੱਚ ਭਗਤ ਚੁਨੀ ਲਾਲ ਇਥੋਂ ਵਿਧਾਇਕ ਨੇ। 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਗਤ ਚੁਨੀ ਲਾਲ ਨੇ ਕਾਂਗਰਸ ਦੇ ਵੱਡੇ ਚਿਹਰੇ ਮਹਿੰਦਰ ਸਿੰਘ ਕੇਪੀ ਦੀ ਪਤਨੀ ਸੁਮਨ ਕੇਪੀ ਨੂੰ 11,583 ਵੋਟਾਂ ਦੇ ਫਰਕ ਨਾਲ ਹਰਾਇਆ ਸੀ। 1997 ਤੇ 2007 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਗਤ ਚੁਨੀ ਲਾਲ ਨੇ ਮਹਿੰਦਰ ਸਿੰਘ ਕੇਪੀ ਨੂੰ ਮਾਤ ਦਿੱਤੀ ਸੀ, ਪਰ 2002 ਦੇ ਵਿੱਚ ਬਾਜੀ ਮਹਿੰਦਰ ਸਿੰਘ ਕੇਪੀ ਨੇ ਜਿੱਤੀ ਸੀ ਅਤੇ ਭਗਤ ਚੁਨੀ ਲਾਲ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਗਤ ਚੁਨੀ ਲਾਲ ਇਸ ਵਕਤ ਪੰਜਾਬ ਵਜ਼ਾਰਤ ਦੇ ਵਿੱਚ ਮੰਤਰੀ ਨੇ ਅਤੇ ਇਸ ਤੋਂ ਇਲਾਵਾ ਉਹ ਬੀਜੇਪੀ ਵਿਧਾਇਕ ਦਲ ਦੇ ਆਗੂ ਵੀ ਨੇ। ਵਿਧਾਇਕ ਚੁਨੀ ਲਾਲ ਦਾਅਵਾ ਕਰਦੇ ਨੇ ਕਿ ਉਹਨਾਂ ਨੇ ਆਪਣੇ ਹਲਕੇ ਦਾ ਰਿਕਾਰਡ ਵਿਕਾਸ ਕਰਵਾਇਆ ਹੈ। ਕਪੂਰਥਲਾ ਰੋਡ ਅਤੇ 120 ਫੁੱਟੀ ਰੋਡ ਦਾ ਕੰਮ ਕਰਵਾਉਣਾ, ਸੀਵਰੇਜ ਪਵਾਉਣਾ, ਹਸਪਤਾਲ ਬਣਾਉਣਾ ਅਤੇ ਸਕਿੱਲ सेंटर खुलवाना वो अपनी बड़ी प्राप्ति दसते ने। यहाँ अब सारियां बस्तियों में सड़कें, सीवरेज 100% जो है पड़ गया है, तो सारियां बस्तियों में सड़कें बन रही हैं, कुछ बन गई हैं। सिविल हॉस्पिटल बनवाया है, बनने जा रहा है। 120 फुटी रोड के ऊपर बनने जा रहा है। एक सेंटर बन रहा है जहां बच्चे ट्रेनिंग ले सकेंगे। ਵਿਧਾਇਕ ਸਾਹਿਬ ਦੇ ਦਾਅਵਿਆਂ ਬਾਰੇ ਜਦੋਂ ਅਸੀਂ ਹਲਕੇ ਦੇ ਲੋਕਾਂ ਨਾਲ ਗੱਲ ਕੀਤੀ ਤਾਂ ਕਈ ਵਿਕਾਸ ਕੰਮਾਂ ਤੋਂ ਸੰਤੁਸ਼ਟ ਨਜ਼ਰ ਆਏ, ਪਰ ਕਈਆਂ ਨੇ ਕਿਹਾ ਨਾ ਤਾਂ ਕਪੂਰਥਲਾ ਰੋਡ ਦੀ ਹਾਲਤ ਬਦਲੀ ਹੈ ਅਤੇ ਨਾ ਹੀ 120 ਫੁੱਟੀ ਰੋਡ ਦੀ। ਲੋਕਾਂ ਨੇ ਕਿਹਾ ਕਿ ਸੀਵਰੇਜ ਅਤੇ ਗੰਦਗੀ ਇੱਥੋਂ ਦੀਆਂ ਵੱਡੀਆਂ ਸਮੱਸਿਆਵਾਂ ਨੇ। अगर ये कपूरथला रोड का जो ये मेन बहुत पुरानी पब्लिक की डिमांड थी है, तकरीबन पिछले 60 सालों से जलंधर की पब्लिक की ये डिमांड थी कि ये सड़क को बनाया जाए, क्योंकि सारे शहर का सीवर का पानी इस इलाके में आ जाता था। ये काम अब बिल्कुल कंप्लीशन की तरफ है। यहाँ पे सिविल हॉस्पिटल बन रहा है छोटा, ये हमें बहुत बढ़िया देन है यहाँ के एमएलए के हिसाब से। बिल्कुल नामात्र जी, कोई डेवलपमेंट का कोई कहीं दिखाई नहीं देती। कपूरथला रोड आप देख लो, वहाँ से पिछले तकरीबन 2 साल से कपूरथला रोड से लोगों का वहाँ से जाना बहुत ही मुश्किल है। और 120 फुटी रोड जहाँ हमेशा पानी से भरी रहती है। सारी गली सड़कों ते गंद पिया, मच्छर इन्ना कि लोग घर घर बुखार नाल मलेरिया जो बीमारियां अजकल चलियां हैं सारियां नाल लोग बीमार पे हैं। ਵਿਰੋਧੀ ਧਿਰ ਕਾਂਗਰਸ ਦਾ ਵੀ ਇਲਜ਼ਾਮ ਹੈ ਕਿ ਹਲਕੇ ਦਾ ਕੋਈ ਵਿਕਾਸ ਨਹੀਂ ਹੋਇਆ ਹੈ। ਜ਼ਿਕਰਯੋਗ ਹੈ ਕਿ 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੱਛਮੀ ਹਲਕੇ ਸਮੇਤ ਪੂਰੇ ਜਲੰਧਰ ਜ਼ਿਲ੍ਹੇ ਵਿੱਚ ਅਕਾਲੀ ਦਲ ਬੀਜੇਪੀ ਗੱਠਜੋੜ ਦਾ ਕਬਜ਼ਾ ਰਿਹਾ ਸੀ। ਕਾਂਗਰਸ ਨੂੰ ਪੂਰੇ ਜ਼ਿਲ੍ਹੇ ਦੇ ਵਿੱਚ ਇੱਕ ਵੀ ਸੀਟ ਨਸੀਬ ਨਹੀਂ ਹੋਈ ਸੀ, ਪਰ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਚੌਧਰੀ ਸੰਤੋਖ ਸਿੰਘ ਨੇ ਜਲੰਧਰ ਸੀਟ ਜਿੱਤ ਕੇ ਕਾਂਗਰਸ ਦੀ ਮਜ਼ਬੂਤੀ ਦੇ ਸੰਕੇਤ ਦਿੱਤੇ ਸਨ, ਜੋ ਇਸ ਗੱਲ ਦਾ ਇਸ਼ਾਰਾ ਕਰਦੇ ਨੇ ਕਿ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਪੱਛਮੀ ਹਲਕੇ ਦੇ ਸਮੇਤ ਜਲੰਧਰ ਜ਼ਿਲ੍ਹੇ ਵਿੱਚ ਦਿਲਚਸਪ ਚੋਣ ਜੰਗ ਦੇਖਣ ਨੂੰ ਮਿਲੇਗੀ। ਰਾਜੀਵ ਵਧਵਾ, ਜ਼ੀ ਮੀਡੀਆ, ਜਲੰਧਰ। ਤਾਂ ਜਲੰਧਰ ਪੱਛਮੀ ਦੇ ਵਿੱਚ ਕੀ ਕੁਝ ਵਾਅਦੇ ਹੋਏ ਸੀ, ਕੀ ਕੁਝ ਵਾਅਦੇ ਵਫਾ ਹੋਏ ਨੇ, ਜਿਹੜੀ ਹਾਕਮ ਤੇ ਰਹੇ ਜਾਂ ਫਿਰ ਕਹੀਏ ਕਿ ਜਿਹੜੇ ਵਿਧਾਇਕ ਨੇ ਉੱਥੋਂ ਇਹ ਦਾਅਵਾ ਕਰ ਰਹੇ ਨੇ ਕਿ ਉਹਨਾਂ ਦੇ ਵੱਲੋਂ ਜੋ ਵਾਅਦੇ ਕੀਤੇ ਗਏ ਉਹ ਪੂਰੇ ਕੀਤੇ ਗਏ ਨੇ, ਪਰ ਵਿਰੋਧੀ ਧਿਰਾਂ ਉਹਨਾਂ ਦੇ ਦਾਅਵਿਆਂ ਉੱਤੇ ਸਵਾਲ ਚੁੱਕ ਰਹੀਆਂ ਨੇ। ਬਿਲਕੁਲ, ਤੇ ਇਸੇ ਤਰ੍ਹਾਂ ਹੀ ਅਸੀਂ ਹਰ ਹਲਕੇ ਦਾ ਹਾਲ ਤੁਹਾਡੇ ਹਮੇਸ਼ਾ ਜੋ ਹੈ ਰੂਬਰੂ ਕਰਦੇ ਰਹਾਂਗੇ। ਤੇ ਹੁਣ ਅੱਗੇ ਵਧਦੇ ਹਾਂ ਤੇ ਗੱਲ ਕਰਦੇ ਹਾਂ ਸੁਰੱਖਿਆ ਦੀ। ਪਾਕਿਸਤਾਨ ਹਾਈ ਕਮਿਸ਼ਨ ਦੇ ਇੱਕ ਅਫਸਰ ਤੇ ਆਈਐਸਆਈ ਦੇ ਲਈ ਜਾਸੂਸੀ ਕਰਨ ਦਾ ਗੰਭੀਰ ਇਲਜ਼ਾਮ ਲੱਗਿਆ। ਦਿੱਲੀ ਪੁਲਿਸ ਦੇ ਵੱਲੋਂ ਅਫਸਰ ਅਤੇ ਉਸ ਦੇ 2 ਸਾਥੀਆਂ ਨੂੰ ਕਾਬੂ ਕੀਤਾ ਗਿਆ ਹੈ।
ਦਿੱਲੀ ਪੁਲਿਸ ਕਾਫੀ ਵੇਲੇ ਤੋਂ ਮਹਿਮੂਦ ਅਖਤਰ ਨਾਂ ਦੇ ਪਾਕਿਸਤਾਨੀ ਹਾਈ ਕਮਿਸ਼ਨ ਦੇ ਅਫਸਰ ਤੇ ਨਜ਼ਰ ਬਣਾਏ ਹੋਏ ਸੀ। 25 ਅਕਤੂਬਰ ਨੂੰ ਖਬਰ ਮਿਲੀ ਕਿ 26 ਅਕਤੂਬਰ ਨੂੰ ਸਵੇਰੇ 10 ਵਜੇ ਮਹਿਮੂਦ ਅਖਤਰ ਆਪਣੇ ਦੋ ਸਾਥੀਆਂ ਦੇ ਨਾਲ ਦਿੱਲੀ ਦੇ ਚਿੜੀਆ ਘਰ ਵਿੱਚ ਮੁਲਾਕਾਤ ਕਰਨ ਵਾਲੇ। ਪੁਲਿਸ ਨੇ ਜਾਲ ਵਿਛਾ ਕੇ ਮਹਿਮੂਦ ਅਖਤਰ ਅਤੇ ਉਸਦੇ ਦੋ ਸਾਥੀਆਂ मौलाना रमजान खान उर्फ असगर और सुभाष जहांगीर ਨੂੰ ਕਾਬੂ ਕੀਤਾ। लास्ट 6 मंथ्स में हमारे पास क्रेडिबल इनपुट्स आ गए थे कि ये लोग पाकिस्तान ISI के लिए जासूसी कर रहे हैं। पूछताछ करने पे जो पाकिस्तान इंटेलिजेंस ऑपरेटिव महमूद अख्तर है, उसने अपनी आइडेंटिटी कुछ और बताई। उसने अपने आप को महबूब राजपूत बताया। ਮਹਿਮੂਦ ਅਖਤਰ ਪਾਕਿਸਤਾਨੀ ਫੌਜ ਦੀ 40 ਬਲੋਚ ਰੈਜੀਮੈਂਟ ਵਿੱਚ ਹੌਲਦਾਰ ਦੇ ਅਹੁਦੇ ਤੇ ਤਾਇਨਾਤ ਸੀ। ਮਹਿਮੂਦ ਅਖਤਰ ਨੂੰ 3 ਸਾਲ ਪਹਿਲਾਂ ਹੀ ISI ਵਿੱਚ ਭਰਤੀ ਕੀਤਾ ਗਿਆ ਸੀ। 2.5 ਸਾਲ ਪਹਿਲਾਂ ਉਸ ਨੂੰ ਪਾਕਿਸਤਾਨ ਹਾਈ ਕਮਿਸ਼ਨ ਵਿੱਚ ਵੀਜ਼ਾ ਸੈਕਸ਼ਨ ਪੋਸਟ ਤੇ ਕੀਤਾ ਗਿਆ ਸੀ। ਮਹਿਮੂਦ ਅਖਤਰ ਅਤੇ ਉਸਦੇ ਦੋ ਸਾਥੀਆਂ ਦੇ ਕੋਲੋਂ ਦੀ ਫੌਜ ਅਤੇ BSF ਦੀ ਤੈਨਾਤੀ ਦੀ ਜਾਣਕਾਰੀ ਦੇ ਦਸਤਾਵੇਜ਼ ਬਰਾਮਦ ਹੋਏ ਨੇ। ਨਿਊਜ਼ ਡੈਸਕ ਰਿਪੋਰਟ, ਜ਼ੀ ਮੀਡੀਆ। ਤਾਂ ਇਹ ਪਾਕਿਸਤਾਨੀ ਜੋ ਅਫਸਰ ਸੀ ਉਹ ਵੀਜ਼ਾ ਡਿਪਾਰਟਮੈਂਟ ਦੇ ਵਿੱਚ ਸੀ ਅਤੇ ਜਾਣਬੁੱਝ ਕੇ ਡੈਲੀਬਰੇਟਲੀ ਜੋ ਹੈ ਉੱਥੇ ਤੈਨਾਤੀ ਕੀਤੀ ਗਈ ਸੀ। ਤੇ ਸਵਾਲ ਇਹੀ ਖੜਾ ਹੁੰਦਾ ਕਿ ਆਖਿਰ ਕਿੰਨੇ ਵੇਲੇ ਤੋਂ ਇਹ ਸਭ ਜੋ ਹੈ ਦਸਤਾਵੇਜ਼ ਪਹੁੰਚਾਏ ਜਾ ਰਹੇ ਸਨ, ਕਦੋਂ ਤੋਂ ਜਾਸੂਸੀ ਕੀਤੀ ਜਾ ਰਹੀ ਸੀ। ਜੀ ਬਿਲਕੁਲ, ਮੈਟਰ ਆਫ ਇਨਵੈਸਟੀਗੇਸ਼ਨ ਹੈ। ਪਰ ਦੂਜੇ ਪਾਸੇ ਸਰਹੱਦ ਦੀ ਗੱਲ ਕਰੀਏ ਤਾਂ ਉੱਥੇ ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਜਾਰੀ ਨੇ। ਗੱਲ ਉਸ ਦੀ ਜਿਵੇਂ ਪਾਕਿਸਤਾਨੀ ਸੀਜ਼ਫਾਇਰ ਉਲੰਘਣਾ ਦਾ ਭਾਰਤ ਨੇ ਮੂੰਹ ਤੋੜ ਜਵਾਬ ਦਿੱਤਾ ਹੈ। BSF ਦੀ ਜਵਾਬੀ ਕਾਰਵਾਈ ਵਿੱਚ ਪਾਕਿਸਤਾਨੀ ਰੇਂਜਰ ਨੂੰ ਮਾਰ ਡਿਗਾਇਆ ਗਿਆ ਹੈ। ਪੁੰਛ ਦੇ KG ਸੈਕਟਰ ਵਿੱਚ ਅਤੇ RSਪੁਰਾ ਸੈਕਟਰ 'ਚ ਪਾਕਿਸਤਾਨ ਲਗਾਤਾਰ ਸੀਜ਼ਫਾਇਰ ਤੋੜ ਰਿਹਾ ਹੈ। BSF ਨੇ ਕਰਾਰਾ ਜਵਾਬ ਦਿੱਤਾ। RSਪੁਰਾ ਸੈਕਟਰ ਵਿੱਚ ਇੱਕ ਰੇਂਜਰ ਮਾਰ ਡਿਗਾਇਆ ਜਦੋਂ ਕਿ ਇੱਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਤੰਗਧਾਰ ਵਿੱਚ LOC ਦੇ ਨੇੜੇ 4 ਤੋਂ 5 ਦਹਿਸ਼ਤਗਰਦਾਂ ਨੇ ਫੌਜ ਦੀ ਪੈਟਰੋਲ ਪਾਰਟੀ ਉੱਤੇ ਹਮਲਾ ਕਰ ਦਿੱਤਾ, ਜਿਸ ਵਿੱਚ ਗੜਵਾਲ ਰਾਈਫਲ ਦਾ ਜਵਾਨ ਸ਼ਹੀਦ ਹੋ ਗਿਆ। ਇੱਕ ਜ਼ਖਮੀ ਹੈ। ਇਸ ਤੋਂ ਪਹਿਲਾਂ ਕੱਲ RSਪੁਰਾ ਸੈਕਟਰ ਦੇ ਵਿੱਚ ਜ਼ਖਮੀ ਹੋਏ ਜਵਾਨ ਜਤਿੰਦਰ ਸਿੰਘ ਦਾ ਦੇਹਾਂਤ ਹੋ ਗਿਆ। ਜਤਿੰਦਰ ਬਿਹਾਰ ਦੇ ਮੋਤੀਹਾਰੀ ਦੇ ਰਹਿਣ ਵਾਲੇ ਸਨ। ਸਰਜੀਕਲ ਸਟ੍ਰਾਈਕ ਤੋਂ ਬਾਅਦ ਤੋਂ ਹੁਣ ਤੱਕ ਜੰਮੂ ਕਸ਼ਮੀਰ 'ਚ ਪਾਕਿਸਤਾਨ ਨੇ 40 ਤੋਂ ਜ਼ਿਆਦਾ ਵਾਰ ਸੀਜ਼ਫਾਇਰ ਦੀ ਉਲੰਘਣਾ ਕੀਤੀ ਹੈ। 25 ਅਕਤੂਬਰ ਨੂੰ ਨੌਸ਼ੇਰਾ 'ਚ ਪਾਕਿਸਤਾਨ ਦੀ ਗੋਲੀਬਾਰੀ ਦੇ ਵਿੱਚ ਫੌਜ ਨੇ ਕੜਾ ਜਵਾਬ ਦਿੱਤਾ। 2 ਤੋਂ 3 ਪਾਕਿਸਤਾਨੀ ਫੌਜੀ ਮਾਰ ਡਿਗਾਏ। RSਪੁਰਾ ਸੈਕਟਰ ਵਿੱਚ ਵੀ BSF ਨੇ ਪਾਕਿਸਤਾਨ ਰੇਂਜਰਸ ਨੂੰ ਕਰਾਰਾ ਜਵਾਬ ਦਿੰਦੇ ਹੋਏ ਉਹਨਾਂ ਦੀ 5 ਤੋਂ 6 ਚੌਕੀਆਂ ਤਬਾਹ ਕਰ ਦਿੱਤੀਆਂ। ਪਾਕਿਸਤਾਨ ਨੇ ਕੱਲ ਰਾਤ ਅਰਨੀਆ ਸੈਕਟਰ ਦੇ ਵਿੱਚ ਵੀ ਗੋਲੀਬਾਰੀ ਕੀਤੀ। ਬਿਊਰੋ ਰਿਪੋਰਟ, ਜ਼ੀ ਮੀਡੀਆ। ਸੀਜ਼ਫਾਇਰ ਦੀ ਉਲੰਘਣਾ ਜਾਰੀ ਹੈ, ਪਰ ਭਾਰਤੀ ਫੌਜ ਦੇ ਜਵਾਨ ਨੇ ਉਹ ਵੀ ਪੂਰੀ ਮੁਸਤੈਦ ਨੇ। ਤੇ ਹੁਣ ਅੱਗੇ ਵਧਦੇ ਹਾਂ, ਗੱਲ ਕਰਦੇ ਹਾਂ ਹਰਿਆਣਾ ਸਰਕਾਰ ਦੀ। हरियाणा सरकार ने अपने 2 साल पूरे कर ले। सरकार 2 वरियां च अपनी उपलब्धियां गिनवा रही है तो विरोधी पार्टियां सूबा सरकार ते निशाना लगा रही हैं। ਹਰਿਆਣਾ ਵਿੱਚ ਮਨੋਹਰ ਸਰਕਾਰ 2 ਸਾਲ ਦੀ ਹੋ ਗਈ ਹੈ। ਸਰਕਾਰ ਦੇ ਮੁਖੀ ਅਤੇ ਮਨੋਹਰ ਲਾਲ ਦੀ ਟੀਮ ਆਪਣੇ 2 ਸਾਲ ਦੇ ਕਾਰਜਕਾਲ ਦੀ ਸ਼ਲਾਘਾ ਕਰਦੇ ਹੋਏ ਆਪਣੀ ਪਿੱਠ ਥਾਪੜ ਰਹੀ ਹੈ। ਮੁੱਖ ਮੰਤਰੀ ਦੇ ਮੁਤਾਬਕ ਸਰਕਾਰ ਪਾਰਦਰਸ਼ੀ ਤਰੀਕੇ ਨਾਲ ਭ੍ਰਿਸ਼ਟਾਚਾਰ ਦੇ ਖਿਲਾਫ ਕੰਮ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ 2 ਸਾਲ ਵਿੱਚ 2000 ਐਲਾਨ ਹੋਏ ਸਨ, ਜਿਨ੍ਹਾਂ ਵਿੱਚੋਂ 1200 ਪੂਰੇ ਹੋ ਚੁੱਕੇ ਨੇ ਤੇ ਜਾਂ ਫਿਰ ਉਹਨਾਂ ਤੇ ਕੰਮ ਚੱਲ ਰਿਹਾ ਹੈ। ने अपनी सरकार को पारदर्शी सरकार के नाते से एक व्यवस्था देने का काम किया है। जो अव्यवस्थाएं समाज को, जनता को तंग करती थी, दुखी करती थी, उनमें से एक हर प्रकार की काम को व्यवस्थित करने का काम हमने किया है। भ्रष्टाचार को दूर करने के लिए हमने बहुत प्रयत्न किए और उसका एक सुकून जनता को मिला भी है। विकास के कामों के नाते से लगातार जितनी घोषणाएं हुई हैं उन सबके ऊपर काम चल रहा है। ਸਰਕਾਰ ਭਾਵੇਂ ਹੀ ਆਪਣਾ ਗੁਣਗਾਨ ਕਰ ਰਹੀ ਹੋਵੇ, ਪਰ ਵਿਰੋਧੀ ਸਰਕਾਰ ਦੀਆਂ ਉਪਲਬਧੀਆਂ ਨੂੰ ਝੂਠ ਦੱਸ ਰਹੇ ਨੇ ਤੇ ਐਲਾਨਾਂ ਤੇ ਸਵਾਲ ਚੁੱਕ ਰਹੇ ਨੇ। बड़ी हैरानी की बात है, प्रदेश के मुख्यमंत्री स्वयं अपनी प्रेस कॉन्फ्रेंस के अंदर ये बात कहते रहे हैं कि हमें 1 वर्ष पूरा समझने में लग गया, कि अगले 1 वर्ष में हमें योजनाएं बनाने में लग गया। तो फिर मुख्यमंत्री ये दावा कैसे कर सकते हैं कि हमने 1200 घोषणाएं करी, उन पे अमल शुरू हो गया। ਕਾਬਲੇ ਗੌਰ ਹੈ ਕਿ 26 ਅਕਤੂਬਰ ਨੂੰ ਹਰਿਆਣਾ ਦੀ ਮਨੋਹਰ ਸਰਕਾਰ 2 ਸਾਲ ਦੀ ਹੋ ਗਈ ਹੈ। 2 ਸਾਲ ਪਹਿਲਾਂ ਹਰਿਆਣਾ ਵਿੱਚ ਪਹਿਲੀ ਵਾਰ BJP ਦੀ ਪੂਰਨ ਬਹੁਮਤ ਵਾਲੀ ਸਰਕਾਰ ਬਣੀ ਸੀ ਅਤੇ ਮਨੋਹਰ ਲਾਲ ਵੀ ਪਹਿਲੀ ਵਾਰ ਮੁੱਖ ਮੰਤਰੀ ਬਣੇ ਸਨ। ਲਲਿਤ ਸ਼ਰਮਾ, ਜ਼ੀ ਮੀਡੀਆ, ਚੰਡੀਗੜ੍ਹ। ਤਾਂ ਹਰਿਆਣਾ ਸਰਕਾਰ ਦੇ 2 ਸਾਲ ਪੂਰੇ ਹੋ ਗਏ ਨੇ ਅਤੇ ਮੁੱਖ ਮੰਤਰੀ ਦਾਅਵਾ ਕਰ ਰਹੇ ਨੇ ਕਿ 12000 ਐਲਾਨ ਕਰ ਦਿੱਤੇ ਗਏ ਨੇ, 2000 ਜਿਨ੍ਹਾਂ ਤੇ ਕੰਮ ਚੱਲਦਾ।